एक नकली डॉक्टर ने गलत इंजेक्शन लगाकर 2 माह की बच्ची की जान ले ली। टीका लगते ही मेरी बेटी मुरझा गई है। 2 दिन से ये माँ सो नहीं पाई। मैं कुछ समझ ही नहीं आती। उस तो बाद मैं की करा, किस तरह बर्दाश्त करा। मैं तो रोंदी कलपदी अपनी बेटी नूं, अपनी बेटी दी लाश अपने हत्थां दे विच लै के आ गई घर। लेकिन इस डॉक्टर नूं सज़ा होनी चाहिए, सख्त सज़ा होनी चाहिए, दोबारा किसी बच्चे दी जान ना लावे। अस्सलाम वालेकुम, आप देख रहे हैं उसाफ डिजिटल। मैं हूं ज़ुबैर अमान। नाजरीन, इस वक्त लाहौर के इलाका फ़िरोज़वाला में मैं मौजूद हूं, जहां पर एक अताई डॉक्टर ने, एक नकली डॉक्टर ने मुबैना तौर पर गलत इंजेक्शन लगाकर 2 माह की बच्ची की जान ले ली। उस बच्ची की जिसके साथ उसकी माँ ठीक 2 दिन पहले टिकटॉक वीडियोस बना रही थी और खुश थी अपनी बाहों में लेकर अपनी बेटी को, मगर इसको नहीं पता था कि एक जेली डॉक्टर की वजह से इसकी फूल जैसी बेटी की जान चली जाएगी। इस वक्त माँ के ऊपर कयामत आई हुई है। 2 दिन से ये माँ सो नहीं पाई क्योंकि इसे उम्मीद नहीं थी कि इसकी फूल जैसी बेटी एक जेली डॉक्टर की वजह से इतने जल्दी कब्र में चली जाएगी। ये वो माँ है जो 2 दिन से सो नहीं पाई। ये बेचारा वो वालिद है जिसने आंखों में बड़े ख्वाब सजाए हुए थे। मेहनत मजदूरी करके ये घर आता था, उस बेटी को देखता था तो इसे सुकून मिलता था, मगर अब जब वही बेटी घर में नहीं है तो आप अंदाज़ा लगा सकते हैं कि ये कितनी तकलीफ़ में होंगे। तो आइए माँ से बात करते हैं, ये सारा वाक़या हुआ कैसे है। माँ जी, क्या नाम था आपकी बेटी का? मेरी बेटी का नाम गौसिया बीबी था। तो ये सारा वाक़या क्या हुआ है, कैसे हुआ है? ये वाक़या ऐसे हुआ कि मेरी बच्ची ना बस रो रही थी, सुती नहीं है, रोन दी सी। ते मैनू नहीं पता सी कि क्यों रो रही है। तो मैं पूरी रात उन्हें गोदी लैके पहले खिडांदी रही हाँ, ध्याने लांदी रही। फिर ओहदे मैं टिकटॉक भी बनाए अपनी बेटी दे। उस तो बाद सुबह हो गई, फिर मैं ਜਿਹੜਾ ਕਿ ਇਸ ਤਰ੍ਹਾਂ ਆਪਣੀ ਬੇਟੀ ਦੀ ਧਿਆਨੇ ਲੱਗੀ ਰਹੀ। ਫਿਰ ਦਿਨ ਚੜ੍ਹ ਗਿਆ। ਮੈਂ ਫਿਰ ਉਹਨਾਂ ਦੇ ਪਾਪਾ ਨੂੰ ਕਿਹਾ, ਮੈਂ ਕਿਹਾ ਮੇਰੀ ਬੇਟੀ ਨਾ ਸਾਰੀ ਰਾਤ ਨਹੀਂ ਸੋ ਸਕੀ ਤੇ ਰੋਂਦਾ ਹੀ ਹੈ, ਪਤਾ ਨਹੀਂ ਹੁਣ ਇਹਨੂੰ ਕੀ ਵਜ੍ਹਾ ਹੋ ਸਕਦੀ ਹੈ, ਅੱਲਾ ਬਿਹਤਰ ਜਾਣਦਾ। ਮੈਂ ਕਿਹਾ ਡਾਕਟਰ ਕੋਲ ਲੈ ਚੱਲਦੇ ਆ। ਤੇ ਮੈਨੂੰ ਕਹਿੰਦਾ ਨਹੀਂ ਹਾਲੇ ਸਬਰ ਕਰ ਲੈ। ਤੇ ਲੇਕਿਨ ਨਹੀਂ, ਮੈਂ ਇਹਨਾਂ ਨੂੰ ਫਿਰ ਗੁੱਸੇ ਨਾਲ ਬੋਲ ਕੇ ਮੈਂ ਇਹਨਾਂ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਕੋਲ ਗਈ ਹਾਂ ਤੇ ਡਾਕਟਰ ਅਫਜ਼ਾਲ ਤੇ ਨਹੀਂ ਸੀ ਹੈਗਾ ਦੁਕਾਨ ਤੇ। 3:30 ਵਜੇ ਦਾ ਵਾਕਿਆ। ਤੇ ਉਹਦਾ ਇੱਕ ਛੋਟਾ ਭਾਈ ਸੀ ਤੇ ਇੱਕ ਡਾਕਟਰ ਉਹਦੇ ਨਾਲ ਕੋਈ ਹੋਰ ਸੀ। ਉਹਨਾਂ ਨੂੰ ਮੈਂ ਜਾ ਕੇ ਵਾਕਿਆ ਦੱਸਿਆ ਕਿ ਮੇਰੀ ਬੇਟੀ ਨਾ ਤੇ ਇਹਨੂੰ ਉਲਟੀਆਂ ਨੇ, ਨਾ ਇਹਨੂੰ ਪੋਟੀਆਂ ਦਾ ਮਸਲਾ ਹੈ, ਤੇ ਨਾ ਹੀ ਇਹਨੂੰ ਬੁਖਾਰ ਹੈ, ਬਿਲਕੁਲ ਠੀਕ ਮੇਰੀ ਬੱਚੀ। ਤੇ ਬਸ ਇਹ ਰੋਂਦਾ ਹੀ ਹੈ ਤੇ ਇਹਦੀ ਰੋਣ ਦੀ ਵਜ੍ਹਾ ਪਤਾ ਨਹੀਂ ਕੀ ਹੈ, ਕਿਉਂ ਰੋਈ ਜਾਂਦੀ ਹੈ, ਤੇ ਜ਼ਰਾ ਚੈੱਕ ਕਰਿਓ। ਉਹਨੇ ਚੈੱਕ ਕਰਨ ਦੀ ਬਜਾਏ ਉਹਨੇ ਮੁੰਡੇ ਨੂੰ ਕਿਹਾ, ਉਹਦੇ ਅਫਜ਼ਲ ਦੇ ਭਰਾ ਨੂੰ ਕਿਹਾ ਕਿ ਹੈ ਨਾ ਉਹ ਫਲਾਣਾ ਟੀਕਾ ਫੜ ਕੇ ਨਾ ਤੇ ਇਹਨੂੰ ਲਾ ਦੇ। ਸੋ ਉਹਨੇ ਟੀਕਾ ਫੜਿਆ ਤੇ ਉਹਨੇ ਬਣਾ ਦਿੱਤਾ। ਇੱਕ ਸ਼ੀਸ਼ੀ ਨੇ ਸਫੇਦ ਕਲਰ ਦੀ ਸੀ, ਇੱਕ ਬਰਾਊਨ ਕਲਰ ਦੀ ਸੀ, ਇੱਕ ਡੱਬੀ ਵਾਲਾ ਟੀਕਾ ਹੈਗਾ ਸੀ, ਪਾਊਡਰ ਜਿਹਾ ਸੀ, ਉਹਦੇ 'ਚ ਉਹਨਾਂ ਨੇ ਮਿਕਸ ਕਰਕੇ ਮਿਲਾ ਕੇ ਇੰਝ ਰੱਖਿਆ ਤੇ ਲਾਉਣ ਲੱਗਾ। ਤੇ ਉੱਤੋਂ ਉਹਦਾ ਭਰਾ ਅਫਜ਼ਲ ਆ ਗਿਆ। ਜਦੋਂ ਅਫਜ਼ਾਲ ਆਇਆ ਵੇ ਉਹਨੂੰ ਫਿਰ ਮੈਂ ਖਿਲਾਰ ਕੇ ਮੈਂ ਕਿਹਾ ਭੈਣ ਮੇਰੀ ਬੇਟੀ ਨਾ ਬਿਲਕੁਲ ਠੀਕ ਹੈਗੀ ਹੈ, ਇਹਨੂੰ ਜ਼ਰਾ ਤੁਸੀਂ ਚੈੱਕ ਕਰਿਓ ਕਿ ਕਿਉਂ ਰੋ ਰਹੀ ਹੈ। ਉਧਰੋਂ ਉਹਦੇ ਭਰਾ ਨੇ ਕਹਿ ਦਿੱਤਾ ਜੀ ਮੈਂ ਤਾਂ ਇੰਜੈਕਸ਼ਨ ਤਿਆਰ ਕਰਕੇ ਰੱਖ ਦਿੱਤਾ। ਉਹਨੇ ਕੁਛ ਨਹੀਂ ਸੋਚਿਆ, ਵੇਖਿਆ, ਕੁਛ ਨਹੀਂ ਕੀਤਾ, ਚੈੱਕ ਨਹੀਂ ਕੀਤਾ। ਫੜਿਆ ਉਹਨੇ ਟੀਕਾ, ਮੈਨੂੰ ਕਹਿੰਦਾ ਬੇਟੀ ਨੂੰ ਉਲਟਿਆ ਕਰ। ਟੀਕਾ ਫੜ ਕੇ ਕਹਿੰਦਾ ਆਹੋ ਠੀਕ ਹੈਗਾ ਵੇ। ਬਾਅਦੋਂ ਟੀਕਾ ਫੜ ਕੇ ਮੇਰੀ ਬੇਟੀ ਦੇ ਅੱਡੀ ਲਾਂਦਾ ਵੀ ਇੰਨੀ ਬੇਦਰਦੀ ਨਾਲ। ਤੇ ਮੈਂ ਕਿਹਾ ਭੈਣ ਧਿਆਨ ਨਾਲ ਲਾਓ। ਟੀਕਾ ਲਾਇਆ ਸੋ ਤੇ ਮੈਂ ਕਹਿੰਦਾ ਹੁਣ ਠੀਕ ਹੋ ਜਾਏਗੀ, ਇਹਨੂੰ ਸਰਦੀ ਦਾ ਮਸਲਾ ਸੀ। ਤੇ ਮੈਂ ਕਿਹਾ ਸਰਦੀ ਦਾ ਮਸਲਾ ਹੁੰਦਾ ਤੇ ਇਹਨੇ ਤੇ ਉਲਟੀਆਂ ਕਰਨੀਆਂ ਸੀ, ਉਲਟੀਆਂ ਪੋਟੀਆਂ ਨਹੀਂ ਸੀ ਇਹਦੀਆਂ ਰੁਕਣੀਆਂ, ਨੂੰ ਬੁਖਾਰ ਹੋਣਾ ਸੀ, ਉਹ ਤੇ ਮਸਲਾ ਕੋਈ ਨਹੀਂ। ਕਹਿੰਦਾ ਨਹੀਂ ਇਨਸ਼ਾਅੱਲਾ ਹੁਣ ਤੁਸੀਂ ਜਾਓ ਠੀਕ ਹੋ ਜਾਏਗੀ।
ਉੱਥੋਂ ਮੈਂ ਜਿੱਦੋਂ ਜਿਵੇਂ ਘਰ ਲਿਆਂਦਾ ਹੈ ਤੇ ਲਟਾਇਆ ਤੇ ਐਨ ਨਾ ਮੁਰਝਾ ਗਈ ਆ, ਟੀਕਾ ਲੱਗਦੇ ਹੀ ਮੇਰੀ ਬੇਟੀ ਮੁਰਝਾ ਗਈ ਹੈ। 2 ਮਿੰਟ ਉਹਨੇ ਗੁਜ਼ਾਰਾ ਕੀਤਾ, ਬਾਅਦ ਉਹ ਜੋ ਦੁੱਧ ਸੀ ਜਿਵੇਂ ਉਹਦੇ ਦਿਲ ਤੇ ਅਸਰ ਹੋਇਆ ਉਹਨੇ ਸਾਰਾ ਦੁੱਧ ਪੀਤਾ, ਮੇਰੀ ਬੇਟੀ ਨੇ ਬਾਹਰ ਕੱਢ ਦਿੱਤਾ, ਦੁੱਧ ਨਿਕਲਿਆ। ਉਸ ਤੋਂ ਬਾਅਦ ਉਹਨੇ ਜ਼ਹਿਰ ਦੀਆਂ ਉਲਟੀਆਂ ਕੀਤੀਆਂ। ਮੈਨੂੰ ਨਹੀਂ ਸਮਝ ਆਈ ਕਿ ਕਿਉਂ ਇੰਝ, ਮੈਂ ਕਿਹਾ ਸ਼ਾਇਦ ਵੈਸੇ ਦੁੱਧ ਨਿਕਲ ਗਿਆ ਤੇ ਵੈਸੇ ਬਾਅਦੋਂ ਮੇਰੀ ਧੀ ਦੀਆਂ ਬੁੱਲੀਆਂ ਕਾਲੀਆਂ ਹੋ ਗਈਆਂ। ਮੈਨੂੰ ਨਹੀਂ ਸਮਝ, ਫਿਰ ਵੀ ਮੈਨੂੰ ਸਮਝ ਨਹੀਂ ਆਈ ਕਿ ਕਿਉਂ ਬੁੱਲੀਆਂ ਕਾਲੀਆਂ ਹੋ ਗਈਆਂ। ਫਿਰ ਉਹਨੂੰ ਮੈਂ ਗੋਦ ਦੇ 'ਚ ਹੀ ਲੀ ਰੱਖਿਆ, ਖਿਡਾਉਂਦੀ ਰਹੀ ਹਾਂ, ਆਪਣੇ ਮਨ ਧਿਆਨ ਲਾਉਂਦੀ ਰਹੀ। ਇੱਕ ਤੇ ਮੇਰੀ ਬੇਟੀ ਇੰਨਾ ਰੋਂਦੀ ਸੀ, ਪੂਰੇ ਘਰ 'ਚ ਮੇਰੀ ਬੇਟੀ ਦੀ ਆਵਾਜ਼ ਗੂੰਜਦੀ ਸੀ। ਲੇਕਿਨ ਫਿਰ ਬਾਅਦੋਂ ਮੇਰੀ ਧੀ ਦੀ ਆਵਾਜ਼ ਹੀ ਬੰਦ ਹੋ ਗਈ। ਫਿਰ ਰੋਂਦੀ ਸੀ ਬਸ ਇੰਨੀ ਥੋੜ੍ਹੀ ਜਿਹੀ ਆਵਾਜ਼, ਇੰਝ ਕਰਕੇ ਬਸ ਉਹਦੀ ਆਵਾਜ਼ ਨਿਕਲਦੀ ਸੀ ਰੋਣ ਦੀ। ਮੈਨੂੰ ਸਮਝ ਹੀ ਨਹੀਂ ਆਈ ਕਿ ਕਿਉਂ ਇੰਝ। ਉਸ ਤੋਂ ਬਾਅਦ ਫਿਰ ਜਿਉਂ ਟਾਈਮ ਗੁਜ਼ਰਦਾ ਗਿਆ, ਅੰਦਰੋਂ ਅੰਦਰੀ ਉਹਨੂੰ ਟੀਕੇ ਨੇ ਖ਼ਤਮ ਕਰ ਦਿੱਤਾ। ਉੱਦਾਂ ਜਦੋਂ ਆਖਰੀ ਸਾਹ ਸੀਨੇ 'ਤੇ ਹੀ ਰਹਿ ਗਿਆ, ਉਦੋਂ ਮੈਨੂੰ ਪਤਾ ਚੱਲਿਆ ਉਹਦੀਆਂ ਅੱਖਾਂ ਦੀਆਂ ਪੁਤਲੀਆਂ ਕਿਹੜੀਆਂ, ਅੱਖਾਂ ਬਿਲਕੁਲ ਖੁੱਲੀਆਂ ਰਹਿ ਗਈਆਂ, ਉਹਦੀਆਂ ਵਿਚਲੀਆਂ ਪੁਤਲੀਆਂ ਇੰਝ ਹਿੱਲਣਾ ਸ਼ੁਰੂ ਹੋ ਗਈਆਂ। ਮੈਂ ਫਿਰ ਚੀਕਾਂ ਮਾਰਨਾ ਸ਼ੁਰੂ ਹੋ ਗਈ, ਆਪਣੇ ਬੰਦੇ ਨੂੰ ਕਿਹਾ, ਮੈਂ ਕਿਹਾ ਵੇਖਿਓ ਜ਼ਰਾ ਮਨੂ ਦੇ ਪਾਪਾ, ਵੇਖੋ ਇਹਨੂੰ ਕੀ ਹੋ ਗਿਆ। ਗੌਸੀਆ ਬੀਬੀ ਨਹੀਂ, ਕਹਿੰਦੀਆਂ ਅੱਖਾਂ ਹਿੱਲੀ ਜਾਂਦੀਆਂ ਨੇ, ਖੁਦ ਹਿੱਲਣ ਨਹੀਂ ਦਈ। ਐ ਉੱਠੇ ਤੇ ਮੈਨੂੰ ਕਹਿੰਦੇ ਹੌਸਪੀਟਲ ਲੈ ਕੇ ਚੱਲਦੇ ਆ। ਮੈਂ ਕਿਹਾ ਵੇਖੋ ਤੁਸੀਂ, ਕਹਿੰਦਾ ਨਹੀਂ। ਮੈਂ ਉਹਦੇ ਹੱਥ ਚੈੱਕ ਕੀਤੇ ਠੰਡੇ ਯੱਕ, ਉਹਦੇ ਪੈਰ ਚੈੱਕ ਕੀਤੇ ਠੰਡੇ ਯੱਕ, ਉਹਦਾ ਫੇਸ ਚੈੱਕ ਕੀਤਾ ਬਿਲਕੁਲ ਠੰਡਾ ਜਿਵੇਂ ਬਰਫ਼ ਹੁੰਦੀ। ਮੈਂ ਕਿਹਾ ਮੇਰੀ ਧੀ ਤਾਂ ਕਦੀ ਇੰਨੀ ਠੰਡੀ ਹੋਈ ਨਹੀਂ। ਫੌਰਨ ਅਸੀਂ ਹੌਸਪੀਟਲ ਲੈ ਕੇ ਚਲੇ ਗਏ। ਹੌਸਪੀਟਲ ਮੈਨੂੰ ਕੀ ਪਤਾ ਸੀ ਮੇਰੀ ਬੇਟੀ ਜਾਂਦੇ ਦਮ ਤੋੜ ਜਾਏਗੀ। ਉੱਥੇ ਜਦੋਂ ਪਹੁੰਚਿਆ ਉਦੋਂ ਤੱਕ ਉਹਦਾ ਆਪਣਾ ਤਾਂ ਉਹਦਾ ਆਖਰੀ ਟਾਈਮ ਸੀ, ਉਹ ਪੂਰਾ ਹੋ ਗਿਆ। ਉੱਥੇ ਜਾਂਦਿਆਂ ਦਮ ਤੋੜ ਗਈ। ਹੌਸਪੀਟਲ ਮੈਂ ਉੱਥੇ ਉਹਨਾਂ ਨਰਸਾਂ ਨਾਲ ਲੜਨ ਲੱਗੀ। ਮੇਰੇ ਹਸਬੈਂਡ ਨੂੰ ਚੁੱਪ ਕਰਕੇ ਕਹਿੰਦੇ ਅਦਾ ਕੁਛ ਨਹੀਂ ਕਰ ਸਕਦੇ, ਅੱਖਾਂ ਉਹਦੀਆਂ ਖੁੱਲੀਆਂ ਬਿਲਕੁਲ, ਪੁਤਲੀਆਂ ਉਹਦੀਆਂ ਪਿੱਛੇ ਖਿੱਚੀਆਂ ਹੈਗੀਆਂ, ਮੂੰਹ ਉਹਦਾ ਨੁਚੜ ਗਿਆ। ਉਹਨਾਂ ਡਾਕਟਰਾਂ ਨੇ ਕਿਹਾ ਆਪਣੀ ਬੀਵੀ ਨੂੰ ਹੌਸਲਾ ਦੇ, ਤੇਰੀ ਬੇਟੀ ਨਹੀਂ ਰਹੀ, ਇਹਦੀ ਡੈਥ ਹੋ ਗਈ ਆ, ਅਸੀਂ ਹੁਣ ਕੁਛ ਨਹੀਂ ਕਰ ਸਕਦੇ। ਤੇ ਮੈਂ ਫਿਰ ਉਹਨੂੰ ਡਾਕਟਰ ਨੂੰ ਫੜ ਕੇ ਮੈਂ ਮਿੰਨਤਾਂ ਕਰਨ ਲੱਗੀ। ਨਰਸ ਨੂੰ ਮੈਂ ਕਿਹਾ ਤੇਰੀ ਮਿਹਰਬਾਨੀ, ਤੈਨੂੰ ਰੱਬ ਦਾ ਵਾਸਤਾ ਹੈ, ਮੇਰੀ ਧੀ ਠੀਕ ਹੈਗੀ ਹੈ, ਵੇ ਮੇਰੇ ਵੱਲ ਵੇਖਣ ਦਈ ਹੈ। ਉਹ ਵੇ ਉਹਦਾ ਮੂੰਹ ਵੀ ਖੁੱਲਿਆ, ਮੇਰੇ ਵੱਲ ਵੇਖਣ ਦਈ ਹੈ। ਲੇਕਿਨ ਨਹੀਂ, ਉਹ ਕਹਿੰਦੀ ਅਸੀਂ ਕੁਛ ਨਹੀਂ ਮੈਡਮ ਕਰ ਸਕਦੇ, ਤੂੰ ਆਪਣੀ ਬੇਟੀ ਲੈ ਕੇ ਹੁਣ ਤੂੰ ਘਰ ਜਾ ਸਕਦੀ ਹੈ, ਬਸ ਉਹਨੂੰ ਰੱਬ ਤੈਨੂੰ ਸਬਰ ਦੇਵੇ। ਮੈਨੂੰ ਸਬਰ ਕਿਸ ਤਰ੍ਹਾਂ ਦੇਵੇ? ਜਦੋਂ ਮੈਂ ਗੱਲ ਸੁਣੀ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਨੂੰ ਕੁਝ ਸਮਝ ਹੀ ਨਹੀਂ ਆਉਂਦੀ। ਉਸ ਤੋਂ ਬਾਅਦ ਮੈਂ ਕੀ ਕਰਾਂ, ਕਿਸ ਤਰ੍ਹਾਂ ਬਰਦਾਸ਼ਤ ਕਰਾਂ। ਮੈਂ ਉੱਤੋਂ ਰੋਂਦੀ ਕਲਪਦੀ ਆਪਣੀ ਬੇਟੀ ਨੂੰ, ਆਪਣੀ ਬੇਟੀ ਦੀ ਲਾਸ਼ ਆਪਣੇ ਹੱਥਾਂ ਦੇ ਵਿੱਚ ਲੈ ਕੇ ਆ ਗਈ ਘਰ। ਇਸ ਤੋਂ ਇਲਾਵਾ ਮੈਂ ਕਰ ਵੀ ਕੀ ਸਕਦੀ ਸਾਂ। ਲੇਕਿਨ ਇਸ ਡਾਕਟਰ ਨੂੰ ਸਜ਼ਾ ਹੋਣੀ ਚਾਹੀਦੀ, ਸਖਤ ਸਜ਼ਾ ਹੋਣੀ ਚਾਹੀਦੀ, ਦੁਬਾਰਾ ਕਿਸੇ ਬੱਚੇ ਦੀ ਜਾਨ ਨਾ ਲਾਵੇ। ਇਹ ਇੱਕ ਡਾਕਟਰ ਨਹੀਂ, ਇਹਨੇ ਆਪਣੇ ਨਾਲ 2 ਭਰਾ ਵੀ ਡਾਕਟਰ ਬਣਾਏ, ਇੱਕ ਨਾਲ ਹੋਰ ਬੰਦਾ ਪਤਾ ਨਹੀਂ ਉਹਦਾ ਕੀ ਨਾਂ ਹੈ। ਲੇਕਿਨ ਮੇਰੇ ਕੋਲ ਉਹਦੀ ਵੀ ਤਸਵੀਰ ਹੈਗੀ ਹੈ, ਮੈਂ ਉਹ ਵੀ ਤੁਹਾਨੂੰ ਦੇ ਦਾਂਗੀ, ਵੇਖ ਲੈਣਾ। ਇਹਨਾਂ ਤਿੰਨਾਂ ਨੂੰ ਸਜ਼ਾ ਹੋਣੀ ਚਾਹੀਦੀ, ਇੰਨੀ ਸਖਤ ਸਜ਼ਾ ਹੋਣੀ ਚਾਹੀਦੀ ਕਿ ਦੁਬਾਰਾ ਕਿਸੇ ਦੀ ਬੱਚੀ, ਕਿਸੇ ਦੇ ਮਾਂ-ਬਾਪ ਦੀ ਇੰਝ ਘਰ ਸੁੰਝਾ ਨਾ ਕਰਨ, ਕਿਸੇ ਮਾਂ ਦੀ ਗੋਦ ਨਾ ਖਾਲੀ ਹੋਵੇ, ਕਿਸੇ ਮਾਂ ਦੀ ਗੋਦ ਉਜੜੇ ਨਾ। ਬਸ ਮੈਨੂੰ ਇਨਸਾਫ ਚਾਹੀਦਾ। ਮੇਰੀ ਧੀ ਦੀ ਇਹਨਾਂ ਨੇ ਜਾਣ-ਬੁੱਝ ਕੇ ਮੌਤ ਕੀਤੀ। ਫਿਰ ਬਾਅਦੋਂ ਕਹਿੰਦਾ ਕਿ ਟੀਕਾ ਜਿਹੜਾ ਨਾ ਮੈਂ ਤੇਜ਼ ਲਾਇਆ ਹੈਗਾ ਵੇ। ਮੈਂ ਕਿਹਾ ਸਮਝ ਨਹੀਂ ਆਉਂਦੀ, ਇੱਕ ਤਾਂ 2 ਮਾਹ ਦੀ ਬੱਚੀ, 2 ਮਹੀਨੇ ਤੇ 7 ਦਿਨ ਦੀ ਮੇਰੀ ਧੀ ਸੀ, ਮੇਰੀ ਬੱਚੀ ਨੂੰ ਇੰਨਾ ਤੇਜ਼ ਟੀਕਾ ਲਾਉਣ ਦੀ ਇਹਦੀ ਹਿੰਮਤ ਕਿਸ ਤਰ੍ਹਾਂ ਆਈ? ਮੈਨੂੰ ਖੁਦ ਨੂੰ ਸੁੱਧ ਬਿੱਧ ਹੀ ਨਹੀਂ ਰਹੀ ਹੈਗੀ। ਲੇਕਿਨ ਤੁਹਾਨੂੰ ਮਾਚੀ ਪਹਿਲੇ ਨਹੀਂ ਪਤਾ ਹੈਗਾ ਸੀ ਕਿ ਇਹ ਡਾਕਟਰ ਨਹੀਂ ਹੈਗਾ ਜਾਂ ਫਿਰ ਇਹ ਅਤਾਈ ਹੈਗਾ? ਨਹੀਂ, ਮੈਨੂੰ ਪਹਿਲੇ ਪਤਾ ਹੁੰਦਾ ਤੇ ਮੈਂ ਗਲਤੀ ਕਿਉਂ ਕਰਦੀ, ਮੈਂ ਕਿਉਂ ਲੈ ਕੇ ਜਾਂਦੀ। ਲੇਕਿਨ ਹੁਣ ਪਤਾ ਚੱਲਣ ਦੇ ਇਹਦੀਆਂ 4 ਮਰਤਬਾ ਪਹਿਲੇ ਵੀ ਦੁਕਾਨ ਬੰਦ ਹੋ ਚੁੱਕੀ, ਇਹਦੀ ਦੁਕਾਨ ਨੂੰ ਸੀਲ ਹੋ ਚੁੱਕੀ ਹੈ ਕਿ ਇੰਝ ਇਹ ਟੀਕੇ ਹਰ ਕਿਸੇ ਨੂੰ ਲਾ ਦਿੰਦਾ ਰਿਹਾ। ਕਿਸੇ ਦੇ ਗਿਲਟੀਆਂ ਬਣ ਜਾਣੀਆਂ, ਕਿਸੇ ਦੀ ਵਾਕਿਆ ਤੇ ਮੌਤ ਹੋ ਜਾਣੀ, ਕਿ ਇਸ ਤਰ੍ਹਾਂ ਕਿ ਟੀਕੇ ਇੰਝ ਹੀ ਖਰਾਬ ਹੀ ਟੀਕੇ ਲਾਉਂਦਾ ਹੈਗਾ। ਲੇਕਿਨ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ। ਮੈਨੂੰ ਪਤਾ ਹੁੰਦਾ ਮੈਂ नहीं सी जाना। आप अंदाज़ा लगाएं कि जिस बंदे की क्लिनिक को या फिर शॉप को पहले 4 मरतबा सील किया गया हो, 5वीं मरतबा वही क्लिनिक फिर खुली हुई हो और चल रही हो, जहाँ पे बच्चों के साथ ये सब कुछ किया जा रहा हो, वहाँ पे हमारी जो इंतज़ामिया है, ये जो अफसरान है जिनका काम है इन अताइयों के ख़िलाफ़ कार्रवाई करना, इन जैली डॉक्टरों को पकड़ना, उनकी नाकामी है। तो ये वालिद साहब भी हैं, कुछ इनसे भी हम बात करते हैं। सर, आप तो बाहर होते हैं, मर्दों को तो पता होता है कि यहाँ पे डॉक्टर असली है नकली है, आपको भी नहीं पता चल सका कि ये डॉक्टर नहीं है? नहीं सर, ਇੰਨਾ ਪਤਾ ਹੁੰਦਾ ਤੇ ਅਸੀਂ ਹੋਰ ਕਿਤੇ ਨਾ ਚਲੇ ਜਾਂਦੇ। ਅਸੀਂ ਤਾਂ ਚਲੋ ਲਾਗੇ ਹੈਗਾ, ਚਲੋ ਰਾਣਾ ਟੋਨ ਲਾਗੇ ਹੀ ਤੇ ਚਲੋ ਡਾਕਟਰ ਹੈਗਾ, ਚਲੋ ਚਲੇ ਜਾਂਦੇ। ਲੇਕਿਨ ਉਹਦਾ ਕੰਮ ਤੇ ਹੈਗਾ ਸੀ ਨਾ ਕਿ ਚੈੱਕ ਕਰਦਾ ਮੇਰੇ ਬੱਚੇ ਨੂੰ, ਵੇਖਦਾ। ਨਹੀਂ ਤੇ ਉਹਦਾ ਅਸਲੀ ਜਿਹੜੇ ਡਾਕਟਰ ਹੁੰਦੇ ਉਹ ਟੀਕਾ ਨਹੀਂ ਲਾਉਂਦੇ, ਉਹ ਕਹਿਣਗੇ 2 ਮਾਹ ਦਾ ਬੱਚਾ ਨਹੀਂ ਲਾਣਾ। ਲੇਕਿਨ ਉਹਨਾਂ ਨੇ ਬਸ ਲਟਾਇਆ, ਚੈੱਕ ਚੁੱਕ ਨਹੀਂ ਕੀਤਾ।
ਦੂਸਰੇ ਡਾਕਟਰ ਨੂੰ ਕਹਿੰਦਾ ਜੀ ਉਹ ਟੀਕੇ ਫੜਾਓ ਜੀ, ਉਹ ਸੁੱਕਾ ਫੜਾਓ, ਦੂਸਰਾ ਫੜਾਓ। 2-3 ਰਲਾ ਕੇ ਟੀਕਾ ਲਾ ਦਿੱਤਾ। ਮੈਨੂੰ ਕੀ ਪਤਾ ਸੀ ਮੇਰੀ ਧੀ ਦਾ ਜਾਨਲੇਵਾ ਟੀਕਾ ਜ਼ਹਿਰ। ਇੰਨਾ ਪਤਾ ਹੁੰਦਾ ਮਾਂ ਪਿਓ ਨੂੰ। ਮਾਂ ਪਿਓ ਤਾਂ ਇਹ ਹੀ ਚਾਹੁੰਦਾ ਕਿ ਸਕੂਨ ਮਿਲੇ ਸਾਡੀ ਔਲਾਦ, ਲੇਕਿਨ ਸਾਨੂੰ ਇੰਨਾ ਪਤਾ ਹੋਇਆ ਕਿ ਜੈਲੀ ਡਾਕਟਰ ਸੀ, ਸਾਨੂੰ ਪਤਾ ਨਹੀਂ ਸੀ। ਤੇ ਜੇ ਅਸੀਂ ਸ਼ਦਰੇ ਲੈ ਕੇ ਗਏ ਹੌਸਪੀਟਲ, ਉਹਨਾਂ ਨੇ ਕਿਹਾ ਤਾਂ ਜੀ ਤੁਹਾਡੀ ਧੀ ਡੈਥ ਹੋ ਗਈ। आपने एफआईआर दर्ज करवा दी गई है, ये जो मुलजिम है ये पकड़ा गया? ਹਾਂਜੀ, ਅਸੀਂ ਫਿਰੋਜ਼ ਵਾਲੇ ਗਏ, ਉੱਥੇ ਇਹਦੇ ਖਿਲਾਫ ਲਿਖਾਈ ਐਫਆਈਆਰ ਲਿਖਾਈ, ਫੜ ਵੀ ਲਿਆਂਦੇ ਨੇ। ਇੱਕ ਭੱਜ ਗਿਆ, 2 ਫੜੇ ਗਏ ਨੇ। ਤੇ ਆਂਦੇ ਨੇ ਕਹਿੰਦੇ ਨੇ ਸਾਨੂੰ ਮਾਫ ਕਰ ਦਿਓ, ਸਾਡੇ ਕੋਲ ਗਲਤੀ ਹੋ ਗਈ। ਅਸੀਂ ਕਹਿੰਦੇ ਹਾਂ ਜਿਹਦੀ ਗੋਦ ਉਜੜੀ ਉਹਨੂੰ ਪੁੱਛੋ ਜਾ ਕੇ, ਮਾਫੀ। ਬੰਦਾ ਮਰ ਜਾਏ ਮਾਫੀ ਨਹੀਂ ਹੁੰਦੀ। ਜੇ ਅੱਜ ਸਾਡੀ ਗੋਦ ਉਜੜੀ, ਕੱਲ ਤੁਹਾਡੀ ਵੀ ਉਜੜੇ। उनके रिश्तेदार आते हैं माफ़ी मांगने? ਹਾਂਜੀ, ਉਹਦੀ ਮਾਂ ਆਈ, ਉਹਦੀ ਭੈਣ, ਉਹਦੇ 2 ਭਰਾ ਜਿਹੜੇ ਨਾਲ ਬੈਠੇ ਹੁੰਦੇ ਨੇ। ਇੱਕ ਨਾਲ ਹੀ ਡਾਕਟਰ ਦੇ ਨਾਲ ਹੀ ਸ਼ੋਪ ਪਾਈ ਹੋਈ ਹੈ, ਸ਼ੈਂਪੂ ਵਗੈਰਾ ਉਹ ਵੀ ਡਾਕਟਰ ਬਣੇ ਹੋਏ ਨੇ। ਤੇ ਲੇਕਿਨ ਅਸੀਂ ਕਹਿੰਦੇ ਜੀ ਅਸੀਂ ਸੁਲਾਹ ਨਹੀਂ ਕਰਨੀ, ਨਾ ਮਾਫੀ ਦੇਣੀ। माँ जी, आपकी गोद उजड़ गई है, आपकी फूल जैसी बच्ची जा चुकी है, तो अब आप क्या मुतालबा करती हैं? क्या सज़ा मिलनी चाहिए ऐसे जैली डॉक्टर्स को? ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ। ਤੇ ਮਜ਼ੀਦ ਹੈ ਜਿਹੜੀ ਦੁਕਾਨ ਹੈ, ਜਿਹੜੀ ਕਲੀਨਿਕ ਚਲਾਉਂਦਾ ਹੈ, ਕਲੀਨਿਕ ਇਹਦਾ ਬੰਦ ਹੋਣਾ ਚਾਹੀਦਾ, ਹਮੇਸ਼ਾ ਵਾਸਤੇ ਬੰਦ ਹੋਣਾ ਚਾਹੀਦਾ। ਕਿ ਐ ਨਾ ਹੋਵੇ ਕਿ ਰਿਸ਼ਵਤ ਦੇ ਕੇ, ਜਿਵੇਂ ਪਹਿਲੇ ਰਿਸ਼ਵਤ ਦੇ ਕੇ ਲੋਕਾਂ ਨੂੰ ਮੁਤਮਿਨ ਕਰ ਲੈਂਦਾ ਰਿਹਾ, ਐਵੇਂ ਹੁਣ ਹੈ ਰਿਸ਼ਵਤ। ਅਸੀਂ ਤਾਂ ਰਿਸ਼ਵਤ ਲੈਣੀ ਨਹੀਂ, ਮੈਨੂੰ ਤਾਂ ਇਨਸਾਫ ਚਾਹੀਦਾ। ਅਸੀਂ ਨਹੀਂ ਚਾਹੁੰਦੇ ਕਿ ਹੁਣ ਫਿਰ ਰਿਸ਼ਵਤ ਕਿਸੇ ਨੂੰ ਲਾ ਕੇ ਤੇ ਫਿਰ ਆਪਣੀ ਫਿਰ ਦੁਕਾਨਦਾਰੀ ਚਲਾਵੇ, ਕਿਸੇ ਹੋਰ ਲੋਕਾਂ ਦੀ ਮਾਸੂਮਾਂ ਦੇ ਇੰਜ ਜਾਨ ਜਾਵੇ, ਇਹ ਮੈਂ ਨਹੀਂ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਇਹਦੀ ਦੁਕਾਨ ਬੰਦ ਕੀਤੀ ਜਾਏ ਹਮੇਸ਼ਾ ਵਾਸਤੇ। ਇਹ ਜਿਹੜਾ ਕਿ ਡੰਗਰ ਡਾਕਟਰ ਤੇ ਡੰਗਰਾਂ ਨੂੰ ਕਵਰ ਕਰੇ, ਬਸ ਸਾਡਾ ਬੱਚਿਆਂ ਦਾ ਕੋਈ ਕਿਸੇ ਦਾ ਜਾਨਵਰ, ਕਿਸੇ ਇਨਸਾਨਾਂ ਦਾ ਇਲਾਜ ਕਰਨ ਦੇ ਕਾਬਲ ਨਾ ਰਵੇ। डॉक्टर को और इसके जो 7 दूसरे भाई होते थे उनका क्या नाम है? ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ, ਮੈਨੂੰ ਇਹ ਵੱਡੇ ਭਰਾ ਦਾ ਹੀ ਅਫਜ਼ਾਲ ਦਾ ਇਦਾਂ ਹੀ ਪਤਾ ਤੇ। ਲੇਕਿਨ ਇਹ ਜਿਹੜਾ ਉਹਦੇ ਨਾਲ ਹੀ ਉਹਦੀ ਬਿਲਕੁਲ ਦੁਕਾਨ ਹੈਗੀ, ਜਿਹੜਾ ਮੇਕਅਪ ਦੀ ਦੁਕਾਨ ਤੇ ਖੜਾ, ਉਸ ਉਹਦੇ ਭਾਈ ਨੇ ਟੀਕਾ ਬਣਾਇਆ ਹੈਗਾ ਸੀ, ਤੇ ਇਹਨੇ ਅਫਜ਼ਾਲ ਨੇ ਆ ਕੇ ਲਾਇਆ ਹੈਗਾ ਸੀ। ਅਫਜ਼ਾਲ ਨੇ जो मेकअप की दुकान चला रहा था, इनके मुताबिक उसने इंजेक्शन बनाया, और जो दूसरे साहब हैं जो डॉक्टर बने हुए हैं, उन्होंने आके इस बच्ची को मुबैना तौर पे इंजेक्शन लगाया, और उसी इंजेक्शन ने रिएक्शन किया, इनकी बच्ची की जान चली गई। उस बंदे ने क्या आप अंदाज़ा लगाएं इनकी तकलीफ़ का, इनके इस दुख का। ये इस बच्ची के वालिद साहब मुझे बता रहे थे कि पूरी रात ये सोते नहीं हैं, इन्होंने 2 दिन से कुछ खाया नहीं है, क्योंकि इन्हें उम्मीद नहीं थी कि इनकी बच्ची इतने जल्दी चली जाएगी। तो अल्लाह करे इंसाफ मिले, अल्लाह करे ये जो जैली डॉक्टर्स हैं इनको सज़ा मिले, और अल्लाह करे ये जो हमारे अफसरान हैं जो तनख्वाहें लेते हैं इस बात की कि इनके ख़िलाफ़ कार्रवाई करनी है, अल्लाह करे वो अपने दफातर से निकलें और इनके ख़िलाफ़ कार्रवाई करें, ताकि इस जैसी और मासूम बच्चियां बच सकें। तो मिलते हैं किसी और वीडियो में, तब तक दुआ कीजिएगा कि अल्लाह इस फैमिली को सब्र जमील अता फरमाए। अपना ख्याल रखिएगा, अपने बच्चों का खुद ख्याल रखिएगा, जैली डॉक्टर से दूर रहिएगा। अल्लाह हाफ़िज़।